ਤਾਹੀਂ ਤੇ ਜਾਣ ਕਲੰਕ ਅਮੇਟ। ਮਹਾਰਾਜ ਕਹਿੰਦੇ ਪਰ ਇਸਤਰੀ ਗਮਨ ਨਾ ਕਰੇ, ਵਿਸ਼ਵਾਗਾਮੀ ਨਾ ਹੋਵੇ, ਇਸ ਕਲੰਕ ਨੂੰ ਐਸਾ ਸਮਝੇ ਵੀ ਜੋ ਨਾ ਮਿਟਣ ਵਾਲਾ ਹੈ। ਨਿਸ਼ੰਕ ਹੋਇ ਕੈਸੋ ਰਮੈ ਨਹਿ ਤਾਹੀਂ। ਗੁਰੂ का सिख विश्वागामी निशंक होके ना जावे विश्वा दे द्वारे ते। और सबੈ ਰਹਿਤਾ ਦਿਜ ਰਾਖੋ। ਹੋਰ ਵੀ ਜਿਹੜੀਆਂ ਰਹਿਤਾਂ ਨੇ, ਕੇਸਾਂ ਦੀ ਰਹਿਤ ਹੈ, ਤਮਾਕੂ ਤੋਂ ਬਚਣਾ ਹੈ, ਕੁੱਤੇ ਤੋਂ ਬਚਣਾ ਹੈ, ਇਹ ਰਹਿਤਾਂ ਪੱਕੀਆਂ ਹੋ ਕੇ ਰੱਖਣੀਆਂ ਹਨ ਖਾਲਸੇ ਨੇ। ਧੀਰਜ ਧਰ ਕੈ ਤਿਆਗੋ ਨਾਹੀ। ਖਾਲਸੇ ਦੀ ਰਹਿਤ ਪੱਕੇ ਹੋ ਕੇ, ਕਿਉਂਕਿ ਜਦੋਂ ਰਹਿਤ ਰੱਖੀ ਦੀ ਹੈ ਨਾ ਕੁਝ ਦਿੱਕਤਾਂ ਵੀ ਆਉਂਦੀਆਂ, ਰਹਿਤ ਤੋਂ ਡਰਦੇ ਮਾਰੇ ਅੰਮ੍ਰਿਤ ਨਹੀਂ ਛਕਦੇ। ਕਹਿੰਦੇ ਹੌਸਲਾ ਰੱਖ ਕੇ ਇਸ ਰਾਹ ਤੇ ਤੁਰਿਆ ਰਵੇ, ਇਹ ਰਾਹ ਨੂੰ ਤਿਆਗੇ ਨਾ। ਜੋ ਜਗ ਝੂਠ ਸੋ ਧਰਮ ਵਿਨਾਸ਼ਕ। ਮਹਾਰਾਜ ਕਹਿੰਦੇ ਜਗਤ ਝੂਠ ਜਿਹਦਾ ਨਾਮ ਹੀ ਲੈਣਾ ਮਾੜਾ ਹੈ, ਉਹਨੂੰ ਆਮ ਬੋਲੀ 84 ਵਾਲੇ ਤਮਾਕੂ ਕਹਿੰਦੇ ਨੇ। ਖਾਲਸਾ ਉਹਨੂੰ ਜਗਤ ਝੂਠ ਹੀ ਕਹਿੰਦਾ। ਜਗਤ ਦੀ ਸਭ ਤੋਂ ਝੂਠੀ ਗੰਦੀ ਅਪਵਿੱਤਰ ਚੀਜ਼ ਜਿਹੜੀ ਹੈ ਉਹ ਜਗਤ ਝੂਠ। ਕਹਿੰਦੇ ਇਹ ਧਰਮ ਵਿਨਾਸ਼ਕ। ਕੋਈ ਵੀ ਧਰਮ ਸਥਾਨ ਤੇ ਮੁਸਲਮਾਨ ਮਸੀਤ ਨਹੀਂ ਵੜਨ ਦਿੰਦੇ। ਚੰਗੇ ਜਿਹੜੇ ਸਿਆਣੇ ਵਿਦਵਾਨ ਹਿੰਦੂ ਧਰਮ ਨੂੰ ਮੰਨਣ ਵਾਲੇ ਉਹ ਮੰਦਰ 'ਚ ਨਹੀਂ ਵੜਨ ਦਿੰਦੇ, ਕਿਉਂਕਿ ਸਕੰਦ ਪੁਰਾਣ ਵਿੱਚ ਇਹਦਾ ਖੰਡਨ ਆਇਆ ਹੈ। ਹੋਰ ਵੀ ਪੁਰਾਣਾ ਗ੍ਰੰਥਾਂ ਵਿੱਚ ਇਸ ਬੂਟੀ ਨੂੰ ਬੜਾ ਮਾੜਾ ਧਰਮ ਵਿਨਾਸ਼ਕ ਕਿਹਾ ਗਿਆ ਹੈ। ਨਾ ਛੁੜੋ ਭੋਕਰੀ ਐ ਬਿਦ ਕਾਹੀ। ਇਹਨੂੰ ਛੂਹਣਾ ਨਹੀਂ ਕਿਸੇ ਤਰ੍ਹਾਂ ਵੀ, ਇਹਨੂੰ ਹੱਥ ਨਹੀਂ ਲਾਉਣਾ, ਇਹਦਾ ਵਪਾਰ ਨਹੀਂ ਕਰਨਾ, ਇਹਦਾ ਕਿਸੇ ਤਰ੍ਹਾਂ ਨਾਲ ਇਸਤੇਮਾਲ ਨਹੀਂ ਕਰਨਾ। ਇੱਕ ਭਾਈ ਜੈ ਸਿੰਘ ਜੀ ਖਲਕਟ ਸ਼ਹੀਦ ਹੋਏ ਨੇ ਪਟਿਆਲੇ ਦੇ ਲਾਗੇ। ਪਟਿਆਲੇ ਤੋਂ ਸਰਹੰਦ ਰੋਡ ਤੇ ਪਿੰਡ ਬਾਰਨਵਾਂ ਦਾ ਗੁਰਦੁਆਰਾ, ਤੁਸੀਂ ਜਾ ਕੇ ਦਰਸ਼ਨ ਕਰ ਲੈਣਾ। ਗਰੀਬ ਘਰ ਦੇ ਰਵਿਦਾਸੀਏ ਸਿੱਖ ਸਨ, ਬਹੁਤ ਗਰੀਬੀ ਸੀ। ਇੱਕ ਬੱਚਾ ਸੀ, ਇੱਕ ਸਿੰਘਣੀ ਸੀ, ਤੇ ਕੋਲੋਂ ਸੂਬਾ ਸਰਹੰਦ ਲੰਘਿਆ ਜਾ ਰਿਹਾ ਸੀ। ਉਹ ਸੂਬੇ ਸਰਹੰਦ ਨੇ, ਇੱਕ ਦਾ ਸੂਬਾ ਵਜ਼ੀਰ ਖਾਂ ਹੋਇਆ, ਉਹਨੂੰ ਤਾਂ ਬੰਦੇ ਨੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਜੀ ਸ਼ਹੀਦ ਹੋ ਗਏ, ਫਿਰ ਤੁਰਕਾਂ ਨੇ ਕਬਜ਼ਾ ਕਰ ਲਿਆ ਸੀ ਸਰਹੰਦ। 50 ਸਾਲ ਫਿਰ ਸਰਹੰਦ ਤੇ ਤੁਰਕਾਂ ਦਾ ਕਬਜ਼ਾ ਰਿਹਾ। ਬਾਅਦ ਵਿੱਚ ਫਿਰ ਖਾਲਸੇ ਨੇ ਸਰਹੰਦ ਫਤਿਹ ਕੀਤੀ, ਜੈਨ ਖਾਨ ਮਾਰ ਫਿਰ ਸਿੰਘਾਂ ਦਾ ਰਾਜ ਉੱਥੇ ਕਾਇਮ ਕਰ ਦੁਬਾਰਾ। ਉਹ ਜਿਹੜਾ 50 ਸਾਲ ਦਾ ਪੀਰੀਅਡ ਹੈ, ਉਹਦੇ ਵਿੱਚ ਇੱਕ ਸੂਬਾ ਸੀ ਜਿਹੜਾ ਪਟਿਆਲੇ ਤੋਂ ਸਮਾਣੇ ਵੱਲ ਕਿਤੇ ਆ ਰਿਹਾ ਸੀ ਜਾਂ ਜਾ ਰਿਹਾ ਸੀ। ਉਹਦੇ ਕੋਲ ਭਾਰ ਸੀ ਕੋਈ ਚੁੱਕਣ ਵਾਲਾ, ਜਿਵੇਂ ਕੋਈ ਪੰਡ ਕਹਿ ਲਓ। ਉਹ ਪੰਡ ਚੁੱਕਣ ਲਈ ਭਾਈ ਜੈ ਸਿੰਘ ਨੂੰ ਫੜ ਲਿਆ। ਉਦੋਂ ਰਾਹ ਜਾਂਦੇ ਨੂੰ ਬਗਾਰ ਫੜ ਲੈਂਦੇ ਸੀ ਗਰੀਬਾਂ ਬੰਦੇ ਨੂੰ, ਚੱਲ ਚੁੱਕਿਆ ਸੁੱਟ ਕੇ ਆ, ਗਰੀਬ ਬੰਦੇ ਨੂੰ ਮੰਗਣੀ ਪੈਂਦੀ ਸੀ। ਜਦੋਂ ਫੜ ਲਿਆ ਤੇ ਭਾਈ ਜੈ ਸਿੰਘ ਜੀ ਕਹਿੰਦੇ ਵੀ ਸੂਬਾ ਜੀ ਮੈਂ ਇਹ ਭਾਰ ਚੁੱਕ ਕੇ ਛੱਡਾਂ ਨਾ, ਕੋਈ ਗੱਲ ਨਹੀਂ ਸੇਵਾ ਹੀ ਹੈ, ਪਰ ਮੈਨੂੰ ਇਹ ਦੱਸੋ ਇਹ ਹੈ ਕੀ। ਉਹ ਕਹਿੰਦੇ ਹੁਕਮ। ਜੈ ਸਿੰਘ ਕਹਿੰਦਾ ਫਿਰ ਮੈਂ ਨਹੀਂ ਛੱਡ ਸਕਦਾ, ਕਿਉਂਕਿ ਹੋਰ ਕੋਈ ਚੀਜ਼ ਹੋਵੇ ਮੈਂ ਤੁਹਾਡੀ ਸਰਹੰਦ ਪਹੁੰਚਾਵਾਂਗਾ, ਛੱਡਾਵਾਂਗਾ, ਪਰ ਜਿਹੜੀ ਚੀਜ਼ ਦਾ ਤੁਸੀਂ ਨਾਂ ਲਿਆ ਇਹਨੂੰ ਹੱਥ ਲਾਣਾ ਵੀ ਮਾੜਾ ਮੇਰੇ ਵਾਸਤੇ, ਮੇਰੇ ਧਰਮ ਦੇ ਵਿਰੋਧ ਹੈ, ਮੈਂ ਨਹੀਂ ਇਹਨੂੰ ਵਰਤਾਂਗਾ, ਹੱਥ ਨਹੀਂ ਲਾਵਾਂ। ਤੂੰ ਮੈਂ ਹੋ ਗਈ, ਵਿਵਾਦ ਹੋ ਗਿਆ। ਅਖੀਰ ਭਾਈ ਸਾਹਿਬ ਨੂੰ ਪੁੱਠਾ ਟੰਗ ਕੇ, ਉਹ ਦਰਖਤ ਅਜੇ ਮੌਜੂਦ ਹੈ, ਪਿੰਡ ਦੀ ਸੰਗਤ ਨੇ ਗੁਰਦੁਆਰਾ ਬਣਾਇਆ, ਇਸ ਕਰਕੇ ਉਹ ਦਰਖਤ ਸਾਂਭਿਆ ਹੋਇਆ, ਜਿਹਦੇ ਨਾਲ ਭਾਈ ਸਾਹਿਬ ਜੀ ਨੂੰ ਪੁੱਠਾ ਟੰਗ ਕੇ ਉਹਨਾਂ ਦੀ ਜਿਉਂਦਿਆਂ ਦੀ ਖੱਲ ਲਾ ਦਿੱਤੀ ਸੀ। ਇਸ ਕਰਕੇ ਉਹਨਾਂ ਦਾ ਨਾਮ ਖੱਲ ਕੱਟ, ਉਹਨਾਂ ਦੀ ਖੱਲ ਕੱਟੀ ਗਈ। ਯਾਨੀ ਸਰੀਰ ਦੇ ਉੱਪਰ ਜਿਹੜੀ ਚਮੜੀ ਹੈ ਉਧੇੜ ਦਿੱਤੀ, ਜਿਵੇਂ ਕਿਸੇ ਨੂੰ ਬੱਕਰੇ ਨੂੰ ਲਾਹ ਕੇ ਉਹਦੀ ਖੱਲ ਲਾ ਦਿੰਦੇ। ਜਿਉਂਦੇ ਦੀ ਭਾਈ ਸਾਹਿਬ ਜੈ ਸਿੰਘ, ਪਰ ਉਹਨਾਂ ਨੇ ਇਸ ਜਗਤ ਜੂਠ ਨੂੰ ਹੱਥ ਨਹੀਂ ਲਾਇਆ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਇਸ ਜਗਤ ਜੂਠ ਦਾ ਤਿਆਗੀ ਹੋਵੇਗਾ। ਚੀਰ ਇਸ਼ਨਾਨ ਜਪੋ ਸਤਨਾਮ। ਔਰ ਅੰਮ੍ਰਿਤ ਵੇਲੇ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ। ਵੈਸੇ ਤਾਂ ਮਾਫ ਕਰਨਾ, ਮੈਨੂੰ ਵੀ ਆਦਤ ਪੈ ਗਈ ਸੀ ਠੰਡੇ ਗਰਮ ਪਾਣੀ ਨਾਲ ਨਹਾਉਣ ਦੀ, ਤੇ ਲਗਭਗ ਇੱਥੇ ਸਾਰਿਆਂ ਨੂੰ ਪਈ ਹੋਈ ਹੈ, ਪਰ ਕੁਝ ਦਿਨਾਂ ਤੋਂ ਫੇਰ ਪ੍ਰੇਰਨਾ ਹੋਈ ਵੀ ਠੰਡੇ ਨਾਲ ਕਰਕੇ ਵੇਖੀ। ਲੱਗਦਾ ਤੇ ਔਖਾ ਸੱਚੀ ਗੱਲ ਹੈ, ਜਦੋਂ ਠੰਡਾ ਠੰਡਾ ਭਾਰੇ ਨਾਲ ਪੱਟੀ ਪੈਂਦਾ ਪਿੰਡੇ ਤੇ ਇੱਕ ਵਾਰੀ ਤੇ, ਪਰ ਉਹ ਜਿਹੜੀ ਕੰਬੜੀ ਦੀ ਛਿੜਦੀ ਹੈ ਨਾ, ਉਹਦੇ ਨਾਲ ਸਰੀਰ ਦੇ ਵਿੱਚੋਂ ਬੜੀਆਂ ਬਿਮਾਰੀਆਂ ਨਿਕਲਦੀਆਂ। ਸਾਰਾ ਸਰੀਰ ਜਿਹੜਾ ਨਾ ਇੱਕ ਵਾਰੀ ਤਿਆਰ ਹੋ ਜਾਂਦਾ। ਇਸ ਕਰਕੇ ਠੰਡੇ ਜਲ ਦੇ ਨਾਲ ਗੁਰੂ ਘਰ ਸਿੰਘ ਇਸ਼ਨਾਨ ਕਰੇ। ਹਾਂ, ਜੇ ਕੋਈ ਬਿਮਾਰ ਹੈ, ਕੋਈ ਬਜ਼ੁਰਗ ਹੈ, ਤੇ ਜੇ ਉਹਨੂੰ ਕੋਈ ਬਿਮਾਰੀ ਕਰਕੇ ਜਾਂ ਬਜ਼ੁਰਗੀ ਕਰਕੇ, ਸਿਹਤ ਕਰਕੇ, ਕੋਈ ਜਾਂ ਮੌਸਮ ਕਰਕੇ ਕਿਤੇ ਪਾਣੀ ਕੋਸਾ ਕਰਨਾ ਪਏਗਾ, ਉਹ ਬਚਤ ਰਹਿਤ ਨਹੀਂ ਬਣਦੀ। ਇਹ ਵੀ ਨਾ ਕਹਿ ਦੇ ਵਿਕਾਰ ਨੂੰ ਜਿਹੜਾ ਵਿਚਾਰਾ ਸਰੀਰ ਦੀ ਮੰਨਦਾ ਉਹ ਜਾ ਕੇ ਠੰਡੇ ਪਾਣੀ ਥੱਲੇ ਉਹਦੀ ਦੰਦ ਜੁੜੇ ਹੋਣ। ਮੈਂ ਤਾਂ ਪਹਿਲਾਂ ਦੱਸ ਰਿਹਾ, ਕੱਟੜਤਾ ਨਹੀਂ ਹੈਗੀ ਸਿੱਖੀ ਵਿੱਚ, ਪਰ
ठंडे पानी का हुक्म इस करके भी सेहत लई भाई कान सिंह जी नाभा ने भी लिखा भी पट्ठे जिहड़े ने मजबूत होंदे ने, गर्म पानी नाल नहाओगे साडे पट्ठे जिहड़े ने ना ये कमजोर पैंदे ते सेहत करके महाराज कहंदे ठंडे जल नाल इशनान करो, जपो सतनाम। स्नान करदे मूंह तो ठंडा पानी जो पाइए ना वाहिगुरू वाहिगुरू मूंह तो बल्लो बल्ली निकलदा, ते इस करके सतनाम श्री वाहिगुरू 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 जपना करो। करो हित दान महाशबियाही, और भले वास्ते अपनी कमाई तो दान करो, लोड़वंदा वास्ते गरीबां वास्ते लंगर लाओ, गुरु घर च माया दियो, कोई गरीब का मुंह गुरु की समझ के बुरकी अन्न दी पाओ। जे कोई बच्चा किसी का पढ़ नहीं सकता पैसे खणो ओदी फीस दे के बच्चे नूं पढ़ा दियो, जे कोई बीमार है ओदी दवा दारू कर दियो, जिहड़ी माया ना गुरु की बख्शी होई ओ भले दे काम ते खर्चना करो। श्री असकेत ते लै बख्शीश, महाराज कहंदे हो असकेत श्री असकेत, अस कहंदे तलवार नूं केत कहंदे झंडे जेहड़े सीन दे निशान दे उत्ते खंडा होवे, अस तो जे अस कहते महाराज अकाल पुरख दे नाम लिखे वो अकाल पुरख को बख्शिशां लैके बलोचित ईश तू तुरकाना, तुरकां नाल युद्ध करना ते तुहानू मैं धरती दा राज लैके देना, तुसीं इस धरती दे राजे हो खालसा जी। संगर ते ना मिटो कबहू, धर्म युद्ध तो पीछे नहीं हटना, रण में जाए न कहूं भागै, दृढ़ कर छतरी धर्म सो गाजै, जंग में जाके पीछे निकलना नहीं। पुराने सिंह दा बाबा तारा सिंह दी डलमा वर्गिਆਂ ਦਾ इतिहास पढ़ी दा ना, ਉਹ ਤੇ ਕਹਿੰਦੇ ਸੀ ਜੇ ਗੁਆਂਢੀਆਂ ਦੀ ਘਰ ਲੜਾਈ ਜਾਂਦੀ ਸਾਡੇ ਘਰ ਗੇੜਾ ਮਾਰ ਕੇ ਜਾਵੇ, ਪਰ ਅੱਜ ਕੱਲ ਅਸੀਂ ਡਰ ਡਰ ਕੇ ਦਿਨ ਕੱਢਦੇ ਹਾਂ, ਮੈਂ ਵੀ ਵਿੱਚ ਹੀ ਹਾਂ। ਉਹ ਅਣਖ ਉਹ ਗੈਰਤ ਉਹ ਸੂਰਬੀਰਤਾ ਵਿੱਚ ਰਹੀ ਨਹੀਂ ਖਾਲਸੇ ਨੇ, ਕਿਉਂ? ਇੱਕ ਤਾਂ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਨੀ ਛੱਡ ਦਿੱਤੀ, ਜਦੋਂ ਦੀ 10ਵੇਂ ਪਾਤਸ਼ਾਹ ਦੀ ਬਾਣੀ ਚੰਡੀ ਦਾ ਵਾਰ ਦਾ ਨਿਤਨੇਮ ਛੱਡਿਆ ਸਿੰਘਾਂ ਨੇ, ਸਾਧ ਸੰਗਤ ਦੀ ਦਿਨੋਂ ਦਿਨ ਕਾਇਰ ਹੀ ਹੁੰਦੇ ਗਏ, ਬੁੱਝਦੇ ਨਹੀਂ ਹੁੰਦੇ ਗਏ। ਮਹਾਰਾਜ ਕਹਿੰਦੇ ਸੰਗਤ ਤੇ ਨਾ ਡਰੋ, ਜੰਗ ਤੋਂ ਨਹੀਂ ਡਰਨਾ, ਜਦੋਂ ਵੀ ਧਰਮ ਯੁੱਧ ਦੀ ਗੱਲ ਆਵੇ ਅੱਗੇ ਹੋ ਕੇ ਜੂਝਣਾ ਹੈ। ਤੁਮ ਲੋਕਨ ਕੋ ਸੁਖ ਜਾਨ ਮਹਾਨਾ, ਮਹਾਰਾਜ ਕਹਿੰਦੇ ਧਰਮ ਯੁੱਧ ਵਿੱਚ ਧਰਮ ਦੀ ਰੱਖਿਆ ਵਾਸਤੇ ਜੂਝਦਿਆਂ ਹੋਇਆ ਸ਼ਹੀਦੀ ਪਾ ਜਾਵੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਦੋਵਾਂ ਜਹਾਨਾਂ ਦਾ ਸੁਖ ਝੋਲੀ 'ਚ ਪੈ ਜਾਵੇਗਾ। ਰਾਜ ਕਰਮ ਧਰਮ ਕੋ ਪ੍ਰਤਪਾਰ ਹੂੰ, ਮੇਰੇ ਖਾਲਸਾ ਜੀ ਜੇ ਤੁਸੀਂ ਸੂਰਮੇ ਬਣ ਕੇ ਯੋਧੇ ਬਣ ਕੇ ਧਰਮ ਦਾ ਯੁੱਧ ਕਰੋਗੇ ਤੁਹਾਨੂੰ ਰਾਜ ਮਿਲੇਗਾ, ਤੇ ਰਾਜ ਕਰਨਾ ਧਰਮ ਦਾ ਕਰਨਾ, ਪੱਖਪਾਤ ਦਾ ਨਹੀਂ ਕਰਨਾ। ਅੰਨਾ ਵੱਡੇ ਰੇਵੜੀਆਂ ਮੁੜ ਮੁੜ ਆਪਣਿਆਂ ਇਹ ਕੰਮ ਨਹੀਂ ਕਰਨਾ। ਆਪਣੇ ਮੁਲਕ ਹਿੰਦੂ ਰਹਿੰਦਾ ਹੋਵੇ, ਮੁਸਲਮਾਨ ਰਹਿੰਦਾ ਹੋਵੇ, ਈਸਾਈ ਜੈਨੀ ਬੋਧੀ ਕਿਸੇ ਧਰਮ ਕਿਸੇ ਜਾਤੀ ਨੂੰ ਮੰਨਣ ਵਾਲਾ, ਉਹਨੂੰ ਇਹ ਨਹੀਂ ਕਹਿਣਾ ਵੀ ਤੂੰ ਆਪਣਾ ਧਰਮ ਬਦਲ, ਉਹਨੂੰ ਧਾਰਮਿਕ ਤੌਰ ਤੇ ਵਿਤਕਰਾ ਕਰਕੇ ਦੁੱਖ ਨਹੀਂ ਦੇਣਾ। ਇਹ ਖਾਲਸੇ ਰਾਜ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ। ਇੱਕ ਮੁਸਲਮਾਨ ਬੜੇ ਸੁੰਦਰ ਲਿਖਾਰੀ ਪਵਿੱਤਰ ਕੁਰਾਨ ਦੀ ਪੋਥੀ ਲਿਖੀ ਸੋਨੇ ਦੇ ਨਾਮ, ਸੋਨੇ ਦੀ ਲਿਖਾਈ, ਪਰ ਜਦੋਂ ਉਹ ਕਿਤਾਬ ਪੂਰੀ ਹੋਈ ਪੋਥੀ ਕੁਰਾਨ ਸ਼ਰੀਫ ਤੇ ਮੁਸਲਮਾਨਾਂ ਦਾ ਰਾਜ ਖਤਮ ਹੋ ਗਿਆ ਤੇ ਸ਼ੇਰੇ ਪੰਜਾਬ ਦਾ ਰਾਜ ਉਹ ਕੁਝ ਉਦਾਸ। ਕਹਿੰਦੇ ਸ਼ੇਰੇ ਪੰਜਾਬ ਨੂੰ ਪਤਾ ਲੱਗਾ ਵੀ ਫਲਾਣੇ ਮੌਲਵੀ ਸਾਹਿਬ ਨੇ ਕੁਰਾਨ ਲਿਖੀ ਹੈ ਤੇ ਕੁਝ ਉਦਾਸ ਨੇ। ਬੁਲਾਇਆ ਮੌਲਵੀ ਸਾਹਿਬ, ਤੁਸੀਂ ਉਦਾਸ ਕਿਉਂ? ਕਹਿਣ ਲੱਗਾ ਸਿੰਘ ਸਾਹਿਬ ਕੀ ਦੱਸਾਂ, ਮੈਂ ਕੁਰਾਨ ਲਿਖੀ ਸੀ ਕਿਸੇ ਨਵਾਬ ਨੂੰ, ਕਿਸੇ ਵੱਡੇ ਬੰਦੇ ਨੂੰ, ਮੁਸਲਮਾਨਾਂ ਦੇ ਰਾਜੇ ਨੂੰ ਦਿਖਾਵਾਂਗਾ, ਕੁਝ ਮੇਰੇ ਗੁਜ਼ਾਰੇ ਜੋਗਾ, ਮੇਰੇ ਬਾਲ ਬੱਚਿਆਂ ਦਾ ਗੁਜ਼ਾਰਾ ਚੱਲੇਗਾ। ਬੜੀ ਮਿਹਨਤ, ਕਈ ਸਾਲਾਂ ਦੀ ਮੇਰੀ ਮਿਹਨਤ ਹੈ, ਮੈਂ ਸੋਨੇ ਦੇ ਨਾਲ ਲਿਖੀ ਹੈ, ਮੇਰਾ ਖਰਚਾ ਵੀ ਹੋਇਆ ਉਦਾਸੀ, ਇਸ ਕਰਕੇ ਵੀ ਇੰਨੀ ਮਿਹਨਤ ਬੇਕਾਰ ਗਈ। ਸ਼ੇਰੇ ਪੰਜਾਬ ਨੇ ਕੁਰਾਨ ਲੈ ਕੇ ਮੱਥੇ ਨੂੰ ਲਾਈ, ਕਹਿਣ ਲੱਗੇ ਖਜ਼ਾਨੇ ਖੋਲ ਦਿਓ, ਜਿੰਨਾ ਪੈਸਾ ਚਾਹੀਦਾ ਇਹਨਾਂ ਨੂੰ ਦਿਓ ਮੌਲਵੀ ਸਾਹਿਬ ਨੂੰ। ਇਹ ਰੱਬ ਦੀ ਪਰਮੇਸ਼ਰ ਦੀ ਬਾਣੀ ਲਿਖਣ ਵਾਲਾ ਸਾਧ ਸੰਗਤ ਦੀ ਧਰਮ ਗ੍ਰੰਥ ਜਿੰਨੇ ਵੀ ਨੇ ਨਾ, ਮਹਾਰਾਜ ਕਹਿੰਦੇ ਵੇਦ ਤੇ ਦੇਵ ਕਹੋ ਮਤ ਝੂਠੇ, ਉਹਨਾਂ ਨੂੰ ਝੂਠਾ ਨਾ ਕਹੋ, ਝੂਠਾ ਜੋ ਨਾ ਵਿਚਾਰ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਉਹਨਾਂ ਦੀ ਸਿੱਖਿਆ ਨੂੰ ਵਿਚਾਰਦਾ ਨਹੀਂ ਉਹ ਝੂਠਾ, ਉਹਨਾਂ ਵਿੱਚ ਤਾਂ ਰੱਬ ਦੀ ਗੱਲ ਲਿਖੀ ਹੋਈ ਹੈ, ਪਰ ਅਸੀਂ ਕੰਧ ਖੜੀ ਕੀਤੀ ਹੈ ਵੀ ਮੁਤੱਸਰ ਦੀ ਹੈ, ਮੁਸਲਮਾਨਾਂ ਦੀ ਕਿਤਾਬ ਹੈ, ਇਹ ਹਿੰਦੂਆਂ ਦੀ ਕਿਤਾਬ ਹੈ, ਇਹ ਈਸਾਈਆਂ ਦੀ ਕਿਤਾਬ ਹੈ। ਜਿਨ੍ਹਾਂ ਨੇ ਲਿਖੀ ਹੁੰਦੀ ਉਹ ਰੱਬ ਦੇ ਬੰਦੇ ਹੁੰਦੇ ਆ, ਉਹ ਇਸ ਲੈਵਲ ਤੋਂ ਉੱਚੇ ਉੱਠ ਕੇ ਲਿਖਦੇ ਹਨ। ਤੇ ਸ਼ੇਰੇ ਪੰਜਾਬ ਨੇ ਖਜ਼ਾਨੇ ਖੋਲ ਦਿੱਤੇ, ਮਾਲਾ ਮਾਲ ਕਰ ਦਿੱਤਾ। ਉਹ ਮੌਲਵੀ ਨੂੰ ਦੱਸੋ ਹੋਰ ਕਿਸੇ ਕੌਮ ਵਿੱਚ ਇੰਨਾ ਜਿਗਰਾ ਹੈ ਵੀ ਦੂਸਰੇ ਦੇ ਧਰਮ ਦੀ ਪੁਸਤਕ ਦਾ ਇੰਨਾ ਸਤਿਕਾਰ ਤੇ ਲਿਖਾਰੀ ਨੂੰ ਇੰਨਾ ਇਨਾਮ ਦੇ ਦੇਣ। ਕਾਸ਼ੀ ਦੇ ਵਿੱਚ
विश्वनाथ का मंदिर बनया, शेरे पंजाब ने मना नूं सोना भेजा। अज भी तुसीं उपर जाके सोने का गुंबज है, लिखा हुआ है सेवा कराई सिंह साहब शेरे पंजाब महाराजा रणजीत सिंह जी, वाली लाहौर। काशी का मंदिर देखो, पंडित इतिहास भी सुनाते हैं, लिखा हुआ भी पढ़ सकते। मंदिर होवे मसीत होवे, खालसे का हथ खुला ही रहेगा। ते कहते हैं महाराज कलगीधर जी राज इहो जिहा बनाया जे ਜਿਹਦੇ ਵਿੱਚ ਕਿਸੇ ਨਾਲ ਵਿਤਕਰਾ ਨਾ ਹੋਵੇ, ਆਖੋ ਸਤਨਾਮ ਸ੍ਰੀ। ਕਿਸੇ ਧਰਮ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਹਦਾ ਖਾਲਸਾ ਇਹੋ ਜਿਹਾ ਰਾਜਾ ਹੋਵੇਗਾ। ਭੋਗੋ ਭੋਗ ਅਨੇਕ ਵਿਧਾਨਾ, ਔਰ ਤੁਹਾਨੂੰ ਸਾਰੇ ਸੁੱਖ ਦੇਵਾਂਗਾ। ऐसी वस्त जगत में नाही, 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 ऐसी वस्त जगत में नाही। जो मैं दई खाल से नाही, 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 ऐसी वस्त जगत में नाही, जो मैं दई खाल से नाही। सरदारियां, बादशाहियां, नवाबियां, तख्तो ताज, हर तरह दी रिद्धियां सिद्धियां विधियां मैं अपने खालसे नूं दे। हां, अंत समय गत आछी को प्राप्त। धरती ते राज करोगे, जदों धरती तो अपने जीवन की यात्रा पूरी करके जाओगे, गुरु नानक साहब के चरणों में जाओगे। रस्ते में कोई रोक नहीं सकेगा। ਤੁਹਾਡਾ जन्म मरण ਤੁਹਾਡੀ 84 ਕੱਟ ਦਿੱਤੀ ਜਾਵੇਗੀ। ਆਨ ਵਿਖਾਉ ਆਪਣੇ ਨਾ ਸਮਾਨਾ, ਆਪਣੇ ਖਾਲਸਾ ਜੀ ਉੱਤੇ ਭਰੋਸਾ ਰੱਖਣਾ ਵੀ ਅਸੀਂ ਗੁਰੂ ਦੇ ਖਾਲਸੇ ਹਾਂ। ਗੁਰੂ ਨੇ ਸਾਨੂੰ ਸਭ ਤੋਂ ਸ਼੍ਰੋਮਣੀ ਬਣਾਇਆ। ਸਰਬ ਸ਼੍ਰੋਮਣੀ ਖਾਲਸਾ ਰਚਿਓ ਪੰਥ ਸੁਖਦਾਇ, ਪੂਰੀ ਦੁਨੀਆ ਦਾ ਸਰਦਾਰ ਹੈ ਖਾਲਸਾ। कहते किसी को अपने समान ना समझो, भाव यह मतलब है नहीं किसी को नीवा समझो, ਇਹਦਾ मतलब अपने आप ते कुछ मान भी रखो। आखो सतनाम स੍ਰੀ। सानू पातशाह ने सरदारियां दित्तियां ने, एवें दूजियां दे पिछे पिछे फिरी जाइए, भी दूजियां दी रीस करिए, अपनी मर्यादा छड्ड दईए, अपना बाणा छड्ड दईए, गुरु दी दस्तार छड्ड के ते आपां दूजा टोपी पाई फिरदा ते आपां भी पा लईए। गुरु दी केसां दी मारे मोह दित्ती ते जाके घोल मोहन हो जाइए, दूजियां दी रीस करिए। कहंदे उदां दा नहीं बनना। अपने आप नूं गुरु कलगीधर दा पुत्तर समझ के सब तो श्रोमणी समझना। पर जे कोई दूजी कौम दा, दूजे धर्म दा, दूजे मजहब दा बंदा, ओनूं नफरत भी नहीं करनी। आखो सही बात ये है, ये विचार है। असीं इवें करदे हां, ज्यादा दूजे नाल नफरत करदे हां ते ज्यादा दूजियां दी रीस करदे हां। दूजियां दी रीस करके अपनी मर्यादा नहीं छड्डनी, अपनी मर्यादा का मान करके दूसरे नाल नफरत नहीं करनी। हां, जे सिर गुम है जग में, जेड़े केस रखा के फिर केस कटा देंदे ने, सिर गुम होंदे ने। कोई दूसरे धर्म का बंदा केस कटाई फिरदा, ओहदे नाल नफरत नहीं। पर जे कोई सिख दा पुत्र हो के घोल मोहन होई फिरदा, ओनू कहंदे ने सिर गुम। ओनू सिर गुम कहंदे। पहला केस रखे जी, 18-19 साल का होया, केस कटा ले। कहते जेड़ा सिर गुम है, मरने परने मह मेल ना कीजै, ओदे मरने परने ते नहीं जाना, ओदे नाल बाईकाट। अज आपां सोचिए कित्थे खड़े हैं। एक हजूर साहब मर्यादा कायम है, जे कोई माड़ा जिहा भी दाढ़ी केस नूं अगा पिछा कर लवे, पूरा बाईकाट हुंदा है। पिछले 20 सालां दी गल है कि एक बच्चे ने दाढ़ी करनी कराई सी, असीं उत्थे ही सीगे ते नालदियां ने ओहदे बूहे ते इश्तिहार लाता सी भी हफ्ते दे अंदर अंदर वापस आ जा, तख्त साहब ते माफी मांग लै, नहीं ते तेरा साडा बिल्कुल बाईकाट है। सारे परिवार नूं कहता सी ते 3 दिन नहीं सी टप्पे, तख्त साहब ते आ के अमर छक लिया सीगा। खालसा जी आपां कर सकदे हां इदां, आपां गल्लां ना करदे हां असीं बड़े बड़े सरदार हां, पर साडे घरां विच साडे पुत्तर साडे सामने सिर नूं मनांदे ने ते अंगूठा दे के ना धौण दे विच साडी गर्दन दे सारा कुछ साथों मनांदे ने। कलगीधर पातशाह की मर्यादा सुन लो, मैं किसी को थोपदा नहीं, पर जो गुरु साहब ने कहा सी सुनना तो पैना ही है। मनीए ना मनीए वक्री गल है, सुनते रहिए। पातशाह कहते हैं, कहते जेड़ा इहो जिहा ढिला मट्ठा ओहदे नाल फिर वरतों ना रखो। दै दसवंध गुरु हित जे, गुरु दे वास्ते दसवंध देना, जेड़े गुरु दा दसवंध देणगे तिन गुना कमी धन को सब लीजै, और धन दी कमी नहीं आवे, खजाने भरे रहन।
थोड़े जो थोड़ा बहुते जो बहुता 10वां हिस्सा गुरु का समझ के दिओ। अज मान लो तुहाडे कोल 50 रुपये या 100 रुपये की आमदन है, तुहानू तुहाडा खर्चा घर का गुजारा तंग है, तुसीं 10 रुपये कढ़ दिओ, कल नूं वेख्या जे 100 की थां ते 150 आएगा। गुरु नहीं कभी रहन देता, परसों वेख्या जे दुगनी हो जानी है ते दिनां विच माला माल। महाराज कलगीधर बचन कर रहे, जिहड़ा गुरु दा दसवंध देवेगा ਉਹਦੇ ਘਰ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਵੀ ਵਸੇਗਾ। ਸ਼ਾਸਤਰਨ ਪੈ ਵਿਸ਼ਵਾਸ ਧਰੋ। ਸ਼ਤਰਨ ਪੈ ਵਿਸ਼ਵਾਸ ਧਰੋ ਨੇ ਕਹਿੰਦੇ ਦੁਸ਼ਮਣ ਦੇ ਵਿਸ਼ਵਾਸ ਨਹੀਂ ਕਰਨਾ। ਜਿਹੜਾ ਵੈਰੀ ਬਣ ਗਿਆ, ਆਪਾਂ ਵੈਰੀ ਤੇ ਵਿਸ਼ਵਾਸ ਕਰਕੇ ਬੜੀਆਂ ਮਾਰਾਂ ਖਾਲੀ ਤੇ ਹੁਣ ਫੇਰ ਅਸੀਂ ਫਸ ਜਾਂਦੇ ਤੇ ਪੁਰਾਤਨ ਗ੍ਰੰਥਾਂ 'ਚ ਗੁਰੂ ਦੇ ਹੁਕਮ ਕਰੀ ਪੜ੍ਹੇ ਨਹੀਂ। ਜੇ ਪੜ੍ਹ ਲੈਂਦੇ ਕਹਿੰਦੇ ਇਹ ਪਿਛਲੇ ਜ਼ਮਾਨੇ ਦੀ ਗੱਲਾਂ ਨੇ ਜੀ, ਨਵੇਂ ਜ਼ਮਾਨੇ ਦੀ ਗੱਲ ਕਰੋ ਤੇ ਨਵੇਂ ਜ਼ਮਾਨੇ ਦੇ ਛਿੱਤਰ ਖਾਣੇ। ਇਸ ਤੋਂ ਬਾਅਦ ਕਿ ਸਾਨੂੰ ਕੋਈ ਸਰੋਪਾ ਨਹੀਂ ਮਿਲਿਆ, ਕਦੇ ਨਹੀਂ ਮਿਲਿਆ। ਕਿਉਂ? ਅਸੀਂ ਦੁਸ਼ਮਣਾਂ ਤੇ ਭਰੋਸਾ ਕਰ ਲੈਂਦੇ। ਮਹਾਰਾਜ ਕਹਿੰਦੇ ਸ਼ਤਰੂ ਤੇ ਵਿਸ਼ਵਾਸ ਨਹੀਂ ਕਰਨਾ। ਕੀ ਜਹ ਅਨਾਦਰ ਨਾਹੇ ਮਿਲੀਜੈ। ਜਿਹੜਾ ਬਾਣੀ ਦੁਸ਼ਮਣ ਗਿਆ ਮੈਂ ਚੱਲ ਪਰੇ। ਜੇ ਤੁਸੀਂ ਦੁਸ਼ਮਣ ਦੇ ਨਾਲ ਵਿਸ਼ਵਾਸ ਕਰੋਗੇ ਉਹ ਤੁਹਾਨੂੰ ਧੋਖਾ ਦੇਵੇਗਾ, ਉਹ ਦਗੇਬਾਜ਼ੀ ਕਰੇਗਾ। ਇਦਾਂ ਦੀਆਂ ਸਾਡੇ ਇਤਿਹਾਸ 'ਚ ਬੜੀਆਂ ਮਿਸਾਲਾਂ ਨੇ। ਗੁਰੂ ਸਾਹਿਬ ਕਹਿੰਦੇ ਉਹਦੇ ਨਾਲ ਵੇਖ ਨਹੀਂ ਰੱਖਣਾ, ਸੁਚੇਤ ਕਰ ਰਹੇ ਨੇ ਖਾਸ। ਗੁਰੂ ਸਾਹਿਬ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਮੇਰੇ ਬੱਚੇ ਧੋਖਾ ਨਾ ਖਾਣ। ਮੇਰੇ ਬੱਚੇ ਕਿਤੇ ਹਰ ਮਾਂ ਬਾਪ ਆਪਣੇ ਬੱਚੇ ਨੂੰ ਕਹਿੰਦਾ ਬੇਟਾ ਸਾਵਧਾਨ ਰਹੀ, ਬਚ ਕੇ ਰਹੀ। ਗੁਰੂ ਸਾਰਿਆਂ ਦਾ ਸਾਂਝਾ ਬਾਪ ਹੈ। ਕਲਗੀਧਰ ਪਾਤਸ਼ਾਹ ਸਾਂਝੀ ਸਿੱਖਿਆ ਦੇ ਰਹੇ ਨੇ। ਕਹਿੰਦੇ ਸ਼ਤਰੂ ਦਾ ਦੁਸ਼ਮਣ ਦਾ ਭਰੋਸਾ ਨਾ ਕਰਿਆ ਜੇ। ਗੋਪ ਹਤੀ ਪਿਤਤਾਈ ਅਬੈਨ। ਕਾਰਜਾ ਦੀ ਗੱਲ ਤਾਂ ਗੁਪਤ ਸੀ, ਪਰ ਇਹ ਦੱਸਣੀ ਜ਼ਰੂਰੀ ਹੈ ਤੁਹਾਨੂੰ ਬਈ ਦੁਸ਼ਮਣ ਦਾ ਭਰੋਸਾ ਕਰੋਗੇ ਤੇ ਮਾਰ ਖਾਓਗੇ। ਸੀਖ ਉਧਾਰ ਹਿਰਦੈ ਜਗ ਚੀਜੈ। ਮਹਾਰਾਜ ਕਹਿੰਦੇ ਸਾਡੀ ਸਿੱਖਿਆ ਧਾਰ ਕੇ ਰੱਖੋਗੇ, ਰਹਿੰਦੀ ਦੁਨੀਆ ਤੇ ਜਿਉਂਦੇ ਰਹੇ ਤੁਹਾਨੂੰ ਕੋਈ ਮਾਰ ਨਹੀਂ ਸਕੇਗਾ। ਦੋਹਰਾ ਬਹੁਰ ਪੰਜ ਸਿੱਖ ਖਰੇ। ਫਿਰ ਮਹਾਰਾਜ ਕਹਿਣ ਲੱਗੇ ਆਓ ਬਈ ਜਿਹਨੇ ਹੋਰ ਅੰਮ੍ਰਿਤ ਛਕਣਾ ਖੰਡੇ ਦਾ ਆਓ ਖੰਡੇ ਦੀ ਧਾਰ ਤੇ ਜਿਹਨੇ ਨੱਚਣਾ ਤਾਂ 5 ਸਿੰਘ ਹੋਰ ਆਏ ਹਨ, ਉਹਨਾਂ ਨੂੰ 5 ਮੁਕਤੇ ਕਿਹਾ ਜਾਂਦਾ। ਹਾਂਜੀ, ਕਰ ਅੰਮ੍ਰਿਤ ਦਿਓ ਛਕਾਏ। ਉਹਨਾਂ 5 ਮੁਕਤਿਆਂ ਨੂੰ ਮਹਾਰਾਜ ਅੰਮ੍ਰਿਤ ਛਕਾਉਣ ਲੱਗੇ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਦੇ ਹੱਥੋਂ ਸੰਗਿਆ ਮੁਕਤੇ ਜਿਨ ਕਹੇ। ਉਹਨਾਂ ਨੂੰ 5 ਮੁਕਤੇ ਕਹਿੰਦੇ। ਜਦੋਂ ਕਲਗੀਧਰ ਚੜ੍ਹਦੇ ਸਨ, ਮਹੱਲਾ ਚੜ੍ਹਦੇ ਸਨ, ਸ਼ਿਕਾਰ ਨੂੰ ਚੜ੍ਹਦੇ ਸਨ, ਜੰਗ ਨੂੰ ਚੜ੍ਹਦੇ ਸਨ, ਸੱਜੇ ਪਾਸੇ 5 ਪਿਆਰੇ, ਖੱਬੇ ਪਾਸੇ 5 ਮੁਕਤੇ ਚੜ੍ਹਦੇ ਸਨ। ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਵੀ ਛੱਡਿਆ, ਉੱਥੇ ਵੀ ਸੱਜੇ ਪਾਸੇ 5 ਪਿਆਰੇ ਤੇ ਖੱਬੇ ਪਾਸੇ 5 ਮੁਕਤੇ ਚੜ੍ਹੇ ਸਨ। ਇਹਨਾਂ ਨੂੰ 5 ਮੁਕਤੇ ਕਹਿੰਦੇ। ਜਿਹੜਾ ਗੁਰੂ ਖਾਲਸੇ ਦਾ ਪੁਰਾਤਨ ਗੁਰਮੰਤਰ ਮੰਤਰ ਹੈ, ਉਹਦੇ ਵਿੱਚ ਵੀ ਇਹਨਾਂ 5 ਦਾ ਨਾਮ ਆਉਂਦਾ ਹੈ। ਭੈ ਸਿੰਘ ਹਰ ਖਾਏ। ਇਹਨਾਂ 5 ਨੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਅੰਮ੍ਰਿਤ ਛਕ ਕੇ ਸਿੰਘ ਪਦਵੀ ਧਾਰਨ ਕੀਤੀ ਹੈ। ਚੌਪਈ ਦੇਵਾ ਸਿੰਘ ਰਾਮ ਸਿੰਘ ਧੀਰ। ਇਹ ਕਿਹੜੇ ਸਨ? ਭਾਈ ਦੇਵਾ ਸਿੰਘ ਜੀ, ਮੁਕਤਿਆਂ ਦੇ ਨਾਮ ਯਾਦ ਰੱਖਣੇ। ਦੂਜੇ ਭਾਈ ਰਾਮ ਸਿੰਘ ਜੀ, ਟਹਿਲ ਸਿੰਘ ਈਸ਼ਰ ਸਿੰਘ ਵੀਰ। ਚੌਥੇ ਤੀਜੇ ਟਹਿਲ ਸਿੰਘ ਜੀ, ਚੌਥੇ ਈਸ਼ਰ ਸਿੰਘ ਜੀ। ਭਾਈ ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ। ਫਤਿਹ ਸਿੰਘ ਪਹੁੰਚੋ ਇਹ ਭਏ। ਪੰਜਵੇਂ ਫਤਿਹ ਸਿੰਘ ਜੀ। 5 ਇਹ ਗੁਰੂ ਦੇ 5 ਮੁਕਤੇ ਹੋਏ ਹਨ, ਜਿਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਦੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। 5 ਉੱਥੇ 5 ਮੁਕਤੇ ਇੱਕੋ ਦਿਨ। ਇਹ ਸਾਧ ਸੰਗਤ ਜੀ ਜਿਹੜੀ 8 ਪੋਹ ਦੀ ਲੜਾਈ ਚਮਕੌਰ ਸਾਹਿਬ ਹੋਈ, ਸਾਹਿਬਜ਼ਾਦੇ ਵੀ ਸ਼ਹੀਦ ਹੋਏ ਤੇ ਭਾਈ ਆਲਮ ਸਿੰਘ ਵਗੈਰਾ ਹੋਰ ਬੜੇ 40 ਸਿੰਘ ਉੱਥੇ। ਉਹਨਾਂ 40 ਚ ਇਹ 5 ਵੀ ਸਨ। ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ, ਤੇ ਰਾਮ ਸਿੰਘ, ਫਤਿਹ ਸਿੰਘ, ਇਹਨਾਂ ਨੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ। ਮੁਕਤੇ ਨਾਮ ਗੁਰੂ ਕਹਿ ਦਏ। ਮਹਾਰਾਜ ਨੇ ਪਹਿਲੇ ਨੂੰ 5 ਪਿਆਰੇ ਤੇ ਦੂਜਿਆਂ ਨੂੰ 5 ਮੁਕਤੇ ਦੀ ਪਦਵੀ ਬਖਸ਼ੀ ਸੀ। ਅਬਰ ਅਨੇਕ ਖਰੇ ਪੁਨ ਹੋਏ। ਜਦੋਂ 5 ਮੁਕਤਿਆਂ ਨੇ ਅੰਮ੍ਰਿਤ ਛਕ ਲਿਆ, ਉਹਨਾਂ ਨੂੰ ਦੇਖ ਕੇ ਸੰਗਤ ਵਿੱਚੋਂ ਫਿਰ ਹੋਰ ਸਿੰਘ ਉੱਠਣ ਲੱਗ ਪਏ। ਅੰਮ੍ਰਿਤ ਖੰਡੇ ਕਾਲੇ ਸੋਏ। ਉਹ ਫਿਰ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਕਰਨ ਲਈ ਹੱਥ ਜੋੜ ਕੇ ਖੜੇ ਹੋ ਗਏ। ਆਪਣੀ ਵਾਸੀ ਨਾਮ ਬਤਾਵੇ। ਵਾਰੀ ਆਈ ਜਾਂਦੇ ਨੇ, ਆਪਣੇ ਪਿੰਡ ਦਾ, ਆਪਣੀ ਜਾਤੀ ਦਾ ਤੇ ਆਪਣਾ ਨਾਂ ਦੱਸਦੇ ਨੇ। ਗੁਰਦੇ ਸਿੱਖ ਹੈ ਰਹਿਤ ਦ੍ਰਿੜਾਵੇ। ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਕਲਗੀਧਰ ਦੇ ਕੋਲ 5 ਪਿਆਰੇ ਕੋਲ ਅੰਮ੍ਰਿਤ ਛਕਦੇ ਨੇ ਤੇ ਉਸ ਤੋਂ ਬਾਅਦ ਪਿਛਲੀ ਜਾਤ ਗੋਤ ਮਿਟ ਜਾਂਦੀ ਹੈ, ਨਵਾਂ ਨਾਮ ਹੋ ਜਾਂਦਾ, ਸਿੰਘ ਨਾਮ ਰੱਖਿਆ ਜਾਂਦਾ। ਅਨੰਦਪੁਰ ਦੇ ਵਾਸੀ
ਖਾਲਸਾ ਜਾਤ ਬਣ ਜਾਂਦੀ ਹੈ। ਬਹੁਰ ਇਕਾਦਸ਼ ਵੈ ਸਿੱਖ ਖੜੇ। ਪਹਿਲਾਂ 5 ਪਿਆਰੇ, ਫਿਰ 5 ਮੁਕਤੇ, ਫਿਰ 11 ਸਿੰਘ ਖੜੇ ਹੋਏ ਨੇ। ਅੰਮ੍ਰਿਤ ਲੀਨ ਬਿਰਸਸ ਭਏ। ਉਹ 5 ਮੁਕਤਿਆਂ ਤੋਂ ਬਾਅਦ ਜਿਹੜੇ 11 ਹੋਏ ਉਹਨਾਂ ਦੇ ਨਾਮ ਵੀ ਕਵੀ ਜੀ ਲਿਖਦੇ ਨੇ ਵੀਰ ਰਸ ਭਰੇ। ਉਹ ਵੀ ਵੀਰ ਰਸ, ਇਹ ਅੰਮ੍ਰਿਤ ਦੀ ਜਿਹੜੀ ਮਰਜ਼ਾਦਾ ਸਾਰੀ ਵੀਰ ਰਸ ਦੀ। ਇਹਦੇ ਵਿੱਚ ਸਾਧ ਸੰਗਤ ਦੀ ਭਗਤੀ ਸ਼ਕਤੀ ਸਾਰੇ ਇਕੱਠੀ ਕੀਤੀ। ਜਪਜੀ ਸਾਹਿਬ ਦਾ ਪਾਠ ਤੇ ਆਨੰਦ ਸਾਹਿਬ ਦਾ ਪਾਠ, ਇਹ ਸ਼ਾਂਤੀ, ਭਗਤੀ, ਪਿਆਰ ਤੇ ਜਾਪ ਸਾਹਿਬ ਸਵਈਏ ਤੇ ਚੌਪਈ ਵੀਰ ਰਸ, ਇਹਦੇ ਵਿੱਚ ਹੀ ਸਾਰੇ ਗੁਣ, ਸਾਰੀਆਂ ਗੱਲਾਂ, ਵਿਰਾਗ, ਪ੍ਰੇਮ, ਭਗਤੀ, ਗਿਆਨ ਸਾਰਾ ਆ ਜਾਂਦਾ। ਤੇ ਸਾਰੀ ਕਿਰਿਆ ਸਤਿਗੁਰੂ ਦਾ ਬਾਟਾ, ਸਤਿਗੁਰੂ ਦਾ ਖੰਡਾ, ਵੀਰ ਆਸਨ ਹੋ ਕੇ, ਸ਼ਸਤਰਧਾਰੀ ਹੋ ਕੇ 5 ਪਿਆਰਿਆਂ ਨੇ ਨਮਸਕਾਰ, ਉਹ ਸਾਰੀ ਮਰਿਆਦਾ ਹੋ ਰਹੀ ਹੈ। ਹਾਂਜੀ। ਬਖਸ਼ ਸਿੰਘ, ਬਖਸ਼ੀਸ਼ ਸਿੰਘ ਪੁੰਨ। ਇਹ ਜਿਹੜੇ 11 ਇਕੱਠੇ ਅੰਮ੍ਰਿਤ ਛਕਣ ਲੱਗੇ ਆ, ਪਹਿਲਾਂ 5 ਪਿਆਰੇ, ਫਿਰ 5 ਮੁਕਤੇ, ਹੁਣ 11 ਸਿੰਘ ਨੇ। ਉਹਨਾਂ ਦੇ ਜੋ ਪਹਿਲੇ ਦਾ ਨਾਮ ਹੈ ਭਾਈ ਬਖਸ਼ ਸਿੰਘ, ਦੂਜੇ ਦਾ ਨਾਮ ਹੈ ਬਖਸ਼ੀਸ਼ ਸਿੰਘ, ਮਾਝੇ ਤੋਂ ਆਏ ਹਨ। ਸਿੰਘ ਕਲਾਲ ਜਾਤ ਰਹਿਤਾ ਸੁਣ। ਇਹ ਬਖਸ਼ ਸਿੰਘ ਤੇ ਬਖਸ਼ੀਸ਼ ਸਿੰਘ ਕਲਾਲ ਬਰਾਦਰੀ ਹੁੰਦੀ ਹੈ। ਕਲਾਲ ਜਿਵੇਂ ਬਾਬਾ ਜੱਸਾ ਸਿੰਘ ਦੀ ਆਲੂਵਾਲੀਆ ਕਲਾਲ, ਇਹ ਕਲਾਲ ਬਰਾਦਰੀ ਦਾ ਕੰਮ ਹੁੰਦਾ ਹੈ ਸ਼ਰਾਬ ਕੱਢ ਕੇ ਵੇਚਣੀ। ਇਹਨਾਂ ਦਾ ਕੰਮ ਹੈ ਬਾਣੀ ਦਾ ਨਾ ਕਾਇਆ ਕਲਾਲਨ ਲਾਹਨ ਮੇਲੋਂ ਗੁਰਕਾ ਸ਼ਬਦ ਗੁੜ ਕੀਨਲੇ। ਕਲਾਲ ਬਰਾਦਰੀ ਵਿੱਚੋਂ ਜਿਹੜੇ ਕਿ ਦਾਰੂ ਵਗੈਰਾ ਬਣਾ ਕੇ ਵੇਚਦੇ ਨੇ, ਉਹਨਾਂ ਦੇ ਵਿੱਚੋਂ ਇਹ 2 ਸਿੰਘ ਆਏ ਨੇ, ਭਾਈ ਬਖਸ਼ ਸਿੰਘ ਤੇ ਬਖਸ਼ੀਸ਼ ਸਿੰਘ, ਜਿਹਨਾਂ ਨੂੰ ਅੱਜ ਕੱਲ੍ਹ ਆਲੂਵਾਲੀਏ ਵੀ ਕਹਿ ਦਿੰਦੇ ਹਨ। ਭੈਰੋਵਾਲ ਗ੍ਰਾਮ ਕੇ ਸੋਏ। ਇਹ ਭੈਰੋਵਾਲ ਪਿੰਡ ਦੇ ਸਨ। ਇੱਕ ਦਾ ਨਾਮ ਬਖਸ਼ ਸਿੰਘ ਸੀ, ਦੂਜੇ ਦਾ ਬਖਸ਼ੀਸ਼ ਸਿੰਘ ਸੀ। ਕਲਾਲ ਬਰਾਦਰੀ ਦੇ ਸਿੰਘ ਅੰਮ੍ਰਿਤ ਛਕਣ ਆਏ ਹਨ। ਰਹੇ ਹਜ਼ੂਰ ਸਦਾਈ ਦੋਏ। ਇਹ ਅੰਮ੍ਰਿਤ ਛਕਣ ਤੋਂ ਬਾਅਦ ਵਾਪਸ ਪਿੰਡ ਨਹੀਂ ਗਏ। ਇਹ ਗੁਰੂ ਦੀ ਫੌਜ ਹਮੇਸ਼ਾ ਹਾਜ਼ਰ ਹੀ ਰਹੇ ਨੇ ਤੇ ਗੁਰੂ ਦੇ ਨਾਲ ਹੀ ਜੂਝੇ ਹਨ। ਸੁਰ ਸਿੰਘ ਕਾ ਸਿੱਧੂ ਸਿੱਖ ਭਇਓ। ਮਾਝੇ ਦਾ ਪਿੰਡ ਪ੍ਰਸਿੱਧ ਹੈ ਸੁਰ ਸਿੰਘ, ਜਿੱਥੇ ਭਾਈ ਬਿਧੀ ਚੰਦ ਜੀ ਨੂੰ ਮਹਾਰਾਜ 6ਵੇਂ ਪਾਤਸ਼ਾਹ ਨੇ ਵਸਾਇਆ ਸੀ। ਉਥੋਂ ਦਾ ਇੱਕ ਸਿੱਧੂ ਗੋਤ ਦਾ ਸਿੰਘ ਆਇਆ ਹੈ, ਨਾਮ ਦਿਆਲ ਸਿੰਘ ਕਹਿ ਦਿਓ। ਉਹ ਸੁਰ ਸਿੰਘ ਦਾ ਸਿੱਧੂ ਗੋਤ ਦਾ ਭਾਈ ਦਿਆਲ ਸਿੰਘ ਅੰਮ੍ਰਿਤ ਛਕਣ ਲਈ ਆਇਆ ਮਾਝੇ ਤੋਂ, ਸ੍ਰੀ ਅੰਮ੍ਰਿਤਸਰ ਦੇ ਇਲਾਕੇ ਚੋਂ। ਖੱਤਰੀ ਸਿੱਖ ਗੁਲਾਬ ਸਿੰਘ ਜਾਨੋ। ਤੇ ਇਹਨਾਂ 11 ਵਿੱਚੋਂ ਇੱਕ ਖੱਤਰੀ ਵੀ ਹੈ ਜਿਹਦਾ ਨਾਮ ਭਾਈ ਗੁਲਾਬ ਸਿੰਘ ਹੈ। ਗੋਤਮ ਰੇਖ ਜੀ ਕੀਨ ਬਖਾਨ। ਇਹਨੂੰ ਮਹਾਰਾਜ 10ਵੇਂ ਪਾਤਸ਼ਾਹ ਗੋਤਮ ਰੇਖੀ ਕਿਹਾ ਕਰਦੇ ਸਨ। ਨਾਂ ਤੇ ਗੁਲਾਬ ਸਿੰਘ ਸੀਗਾ ਤੇ ਇਹਨੂੰ ਗੋਤਮ ਰੇਖੀ ਦੀ ਪਦਵੀ ਸੱਤੇ ਪਾਤਸ਼ਾਹ ਪ੍ਰੇਮ ਨਾਲ ਦਿੱਤੀ ਹੋਈ ਸੀ। ਬੇਗ ਸਿੰਘ, ਅੰਬਰੀਕ ਸਿੰਘ ਦੋਏ। ਔਰ ਬੇਗ ਸਿੰਘ ਤੇ ਅੰਬਰੀਕ ਸਿੰਘ ਜੰਬਰ ਮਗਿਆਨੇ ਵਾਸੀ ਸੋਏ। ਇਹਨਾਂ ਦੀ ਜਾਤ ਜੰਬਰ ਜੱਟ ਸੀ ਤੇ ਮਗਿਆਨੇ ਦੇ ਰਹਿਣ ਵਾਲੇ ਸਨ। ਭੰਡਾਰਾ ਸਿੰਘ, ਸਿੰਘ ਹਜ਼ਾਰਾ। ਭੰਡਾਰਾ ਸਿੰਘ ਤੇ ਹਜ਼ਾਰਾ ਸਿੰਘ। ਦਰਬਾਰਾ ਸਿੰਘ ਤ੍ਰਿਤੀ ਉਚਾਰਾ। ਔਰ ਤੀਜਾ ਦਰਬਾਰਾ ਸਿੰਘ। ਭੰਡਾਰਾ ਸਿੰਘ ਤੇ ਹਜ਼ਾਰਾ ਸਿੰਘ ਤੇ ਦਰਬਾਰਾ ਸਿੰਘ। ਸੀ ਰੰਗ ਕੇ ਵਾਸੀ ਸਿੱਖ ਬਨੀਏ। ਇਹ ਬਾਣੀਏ ਸਨ। ਬਾਣੀਏ ਜਿਹਨਾਂ ਨੂੰ ਲੋਕ ਸਮਝਦੇ ਆ ਵੀ ਬੜੇ ਵਿਚਾਰੇ ਤਕੜੀ ਤੋਲਣ ਵਾਲੇ ਹੁੰਦੇ ਆ, ਵੀ ਬਹੁਤੇ ਦਲੇਰ ਨਹੀਂ ਹੁੰਦੇ, ਪਰ ਇਹ 3 ਗੁਰੂ ਦੇ ਲਾਲ ਸਰਹੰਦ ਦੇ ਰਹਿਣ ਵਾਲੇ ਭੰਡਾਰਾ ਸਿੰਘ ਤੇ ਹਜ਼ਾਰਾ ਸਿੰਘ ਤੇ ਦਰਬਾਰਾ ਸਿੰਘ ਸਰਹੰਦ ਦੇ ਬਾਣੀਏ ਸਨ, ਜਿਨ੍ਹਾਂ ਚੋਂ ਭਾਈ ਦਰਬਾਰਾ ਸਿੰਘ ਜੀ ਇਹ ਬੁੱਢੇ ਦਲ ਦੇ ਦੂਸਰੇ ਜਥੇਦਾਰ ਬਣੇ ਸਨ, ਸਰਹੰਦ ਦੇ ਰਹਿਣ ਵਾਲੇ। ਜਦੋਂ ਬਾਬਾ ਬਲੌਰ ਸਿੰਘ ਜੀ ਕਾਲ ਚਲਾਣਾ ਕਰ ਗਏ, ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ, ਬੁੱਢੇ ਦਲ ਦੀ ਜਥੇਦਾਰੀ ਇਹਨਾਂ ਨੂੰ ਦਿੱਤੀ ਗਈ ਸੀ। ਇਹ ਗੁਰੂ ਗੋਬਿੰਦ ਸਿੰਘ ਦੇ ਦੀਵਾਨ ਸਨ। ਦੀਵਾਨ ਦਾ ਮਤਲਬ ਹੁੰਦਾ ਜਿਹੜਾ ਸਾਰਾ ਹਿਸਾਬ ਕਿਤਾਬ, ਲੇਖਾ ਜੋਖਾ ਪੜ੍ਹੇ ਲਿਖੇ ਸਨ, ਬਾਣੀਏ ਸਨ। ਤੇ ਇਹਨਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਆਪਣਾ ਦੀਵਾਨ ਬਣਾਇਆ ਸੀ। ਜਦੋਂ ਨਵਾਬੀ ਆਈ ਹੈ ਨਾ ਲਾਹੌਰ ਤੋਂ, ਉਦੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਥੇਦਾਰ ਇਹੀ ਬਾਬਾ ਦਰਬਾਰਾ ਸਿੰਘ ਸਨ। ਜਦੋਂ ਨਵਾਬੀ ਕਪੂਰ ਸਿੰਘ ਨੂੰ ਇਹਨਾਂ ਨੇ ਹੀ ਦਿੱਤੀ ਸੀ। ਸੋ ਦਰਬਾਰਾ ਸਿੰਘ, ਕਰਵਾਰਾ ਸਿੰਘ, ਇਹ ਜਿਹੜੇ ਹਜ਼ਾਰਾ ਸਿੰਘ, ਭੰਡਾਰਾ ਸਿੰਘ, ਇਹ ਬਾਣੀਏ ਸਰਹੰਦ ਦੇ ਇਹਨਾਂ 11 ਸਿੰਘਾਂ 'ਚ ਸ਼ਾਮਲ ਹੋ ਕੇ ਅੰਮ੍ਰਿਤ ਛਕ ਰਹੇ ਨੇ ਕੇਸਗੜ੍ਹ ਸਾਹਿਬ। ਅੰਮ੍ਰਿਤ ਲੀਨ ਰਹਿਤ ਸਭ ਮੰਨੀਏ। ਇਹਨਾਂ ਨੇ ਆਪਣੀ ਪਿਛਲੀ ਜਾਤ ਕੋਲ ਤਿਆਗ ਦਿੱਤੀ, ਕਲਗੀਧਰ ਦਾ ਅੰਮ੍ਰਿਤ ਛਕ ਕੇ ਰਹਿਤ ਵਿੱਚ ਪਰਪੱਕ ਹੋਏ ਹਨ ਬਾਬਾ ਦਰਬਾਰਾ ਸਿੰਘ, ਹਜ਼ਾਰਾ ਸਿੰਘ ਤੇ ਭੰਡਾਰਾ ਸਿੰਘ। ਭਇਓ ਖਰੋ ਘਨ ਸਿੰਘ ਸੋ ਨਾਮ।
ਫਿਰ ਇੱਕ ਸਿੰਘ ਹੋਰ ਖੜਾ ਹੋਇਆ ਹੈ, ਉਹਦਾ ਨਾਮ ਇਤਿਹਾਸ ਵਿੱਚ ਧੰਨ ਸਿੰਘ ਸੀ। ਬਰਨ ਸਿੰਘ ਫਾਲਜ ਤਹਿ ਗ੍ਰਾਮ, ਤੇ ਇੱਕ ਦਾ ਨਾਮ ਸੀ ਬਰਨ ਸਿੰਘ, ਇਹ ਫਾਲਜ ਪਿੰਡ ਦੇ ਰਹਿਣ ਵਾਲੇ ਸਨ। ਆਲਮ ਸਿੰਘ ਨਚਨਾ ਗੁਰ ਕਹੈ, ਇਹ ਇਹਨਾਂ ਦੇ ਹੁਣ 11ਵੇਂ ਨੰਬਰ ਤੇ ਹਜ਼ੂਰ 10ਵੇਂ ਪਾਤਸ਼ਾਹ ਦਾ ਗੜਵਈ ਸੀਗਾ, ਜਿਹਨੂੰ ਮਹਾਰਾਜ ਆਲਮ ਸਿੰਘ ਨਚਣਾ ਕਹਿੰਦੇ ਸਨ। ਜੰਗ ਦੇ ਮੈਦਾਨ ਇਉਂ ਪੈਂਤਰੇ ਪਾਉਂਦਾ ਸੀ ਜਿਵੇਂ ਵਿਚਾਰ ਨੱਚ ਰਿਹਾ ਹੋਵੇ, ਤੇ ਬਿਜਲੀ ਦੀ ਤਰ੍ਹਾਂ ਘੁੰਮ ਜਾਂਦਾ ਸੀ, ਇੰਨਾ ਫੁਰਤੀਲਾ ਸੀ। ਮੀਲ 2 ਮੀਲ ਤੋਂ ਉੱਪਰ ਉੱਡਦੇ ਹੋਏ ਪੰਛੀ ਨੂੰ ਗੋਲੀ ਨਾਲ ਸਿੱਟ ਦਿੰਦਾ ਸੀਗਾ। ਸ਼ੇਰ ਦਾ ਸ਼ਿਕਾਰ ਇਸਨੇ ਬਹੁਤ ਵਾਰੀ ਕੀਤਾ ਸੀ। ਚਮਕੌਰ ਦੇ ਜੰਗ ਵਿੱਚ ਡਟ ਕੇ ਜੰਗ ਕਰਦਾ ਸ਼ਹੀਦ ਹੋਇਆ ਆਲਮ ਸਿੰਘ, ਜਿਸ ਨੂੰ ਨੱਚਣਾ ਕਹਿੰਦੇ ਸਨ। ਸਿਆਲਕੋਟ ਕੀ ਵਾਸੀ ਹੈ, ਅੱਜ ਕੱਲ੍ਹ ਉਹ ਸ਼ਹਿਰ ਪਾਕਿਸਤਾਨ ਵਿੱਚ ਹੈ, ਸਿਆਲਕੋਟ, ਉੱਥੋਂ ਦਾ ਰਹਿਣ ਵਾਲਾ ਸੀ ਆਲਮ ਸਿੰਘ ਨੱਚਣਾ। ਜਾਤ ਹੁਦੀ ਰਜਪੂਤ ਦਸੀ ਕੀ, ਇਹ ਰਾਜਪੂਤ ਬਰਾਦਰੀ ਦਾ ਸੀ, ਰਾਜਪੂਤੇ ਦੀ ਜਾਤ ਸੀ। ਸਿੱਖ ਰਹਿਤ ਲਹਿ ਪਾਹੁਲ ਨੀਕੀ, ਇਹ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਛਕ ਕੇ ਉਹਨਾਂ ਦੀ ਰਹਿਤ ਨੂੰ ਧਾਰਨ ਕਰੇ 11 ਸਿੰਘ ਹਨ ਇਹ ਜਿਹੜੇ ਮੁਕਤਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਹੈ। ਪੁਰ ਮੁਲਤਾਨ ਅਲੀਪੁਰ ਨੇਰੇ, ਫਿਰ ਸਾਧ ਸੰਗਤ ਜੀ ਮੁਲਤਾਨ ਦੇ ਲਾਗੇ ਅਲੀਪੁਰ ਇੱਕ ਪਿੰਡ ਹੈ, ਜਿੱਥੇ ਮਾਈ ਦਾਸ ਰਾਜਪੂਤ ਦਾ ਪੁੱਤਰ ਭਾਈ ਮਨੀ ਰਾਮ ਤੇ ਮਨੀ ਰਾਮ ਦੇ ਅੱਜ ਵੈਸੇ ਤਾਂ ਉਹਨਾਂ ਦੇ 10 ਪੁੱਤਰ ਸਨ, ਜਿਨ੍ਹਾਂ ਨੂੰ 5 ਨੇ ਇੱਕੋ ਦਿਨ ਹੀ ਅੰਮ੍ਰਿਤ ਛਕਿਆ ਹੈ। ਮਾਈ ਦਾਸ ਰਜਪੂਤ ਬਸੇਰੇ, ਮਾਈ ਦਾਸ ਰਾਜਪੂਤ ਸੀਗਾ, ਪੁਆਲ ਦੀ ਜਾਤ ਸੀ। ਉਹਦੇ ਪਿਤਾ ਭਾਈ ਬੱਲੂ 6ਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਸਨ। ਅੰਮ੍ਰਿਤਸਰ ਦੀ ਜੰਗ ਵਿੱਚ ਭਾਈ ਬੱਲੂ ਨੇ ਮੁਰਤਜ਼ਾ ਖਾਨ ਨੂੰ ਮਾਰ ਕੇ, ਮੁਰਤਜ਼ਾ ਖਾਨ ਕੌਣ ਸੀ? ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰ ਛੱਡ ਕੇ ਆਇਆ ਸੀ, ਉਹਨੂੰ ਮਾਰਿਆ ਸੀ ਭਾਈ ਬੱਲੂ ਨੇ। ਤੇ ਭਾਈ ਬੱਲੂ ਉਸ ਜੰਗ ਵਿੱਚ ਸ਼ਹੀਦ ਹੋਇਆ ਸੀ। ਉਹਦਾ ਪੁੱਤਰ ਸੀ ਮਾਈ ਦਾਸ। ਮਾਈ ਦਾਸ ਦੇ 14 ਭਰਾ ਸਨ ਤੇ ਮਾਈ ਦਾਸ ਦੇ ਪੁੱਤਰ 12 ਸਨ, ਜਿਨ੍ਹਾਂ ਚੋਂ ਵੱਡਾ ਭਾਈ ਜੇਠਾ ਭਗਾਣੀ ਦੇ ਜੰਗ ਵਿੱਚ ਸ਼ਹੀਦ ਹੋਇਆ। ਦੂਜਾ ਭਾਈ ਦਿਆਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਦੇਵ ਵਿੱਚ ਉਬਲਿਆ। 11 ਭਰਾ ਸ਼ਹੀਦ ਹੋਏ ਮਨੀ ਸਿੰਘ ਉਹਨਾਂ ਵਿੱਚੋਂ, ਬੰਦ ਕੱਟੇ ਗਏ। ਤੇ ਇੱਕ ਭਰਾ ਉਹਨਾਂ ਨੂੰ ਅਮਰਚੰਦ ਆਪਣੀ ਮੌਤ ਮਰਿਆ। 12 ਵਿੱਚੋਂ 11 ਸ਼ਹੀਦ ਹੋਏ। ਉਹ ਮਨੀ ਰਾਮ ਵਾਸੀ ਅਲੀਪੁਰ ਮੁਲਤਾਨ ਦਾ ਰਹਿਣ ਵਾਲਾ। ਇਸ ਕੇ ਮਨੀ ਰਾਮ ਸੁਤ ਹੋਇਓ, ਭਾਈ ਬੱਲੂ ਦਾ ਪੁੱਤਰ ਮਾਈ ਦਾਸ ਦਾ ਪੁੱਤਰ ਮਨੀ ਰਾਮ ਆਏ ਤਹਾਂ ਗੁਰ ਦਰਸ਼ਨ ਜੋਇਓ। ਕਹਿੰਦੇ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਲਗੀਧਰ ਦੇ ਕੀਤੇ ਹਨ ਭਾਈ ਮਨੀ ਰਾਮ ਦੇ ਪੁੱਤਰਾਂ ਨੇ। 5 ਪੁੱਤਰ ਲੈ ਆਪਣੇ ਸਾਥ, ਕਹਿੰਦੇ 5 ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਆਇਆ ਹੈ। ਸ਼ਰਨੀ ਪਰਿਓ ਰਹਿਓ ਗੁਰਨਾਥ, ਔਰ ਇਹ ਭਾਈ ਮਨੀ ਸਿੰਘ ਦੇ 5 ਪੁੱਤਰ ਗੁਰੂ ਦੀ ਸ਼ਰਨ ਪਏ ਰਹੇ ਹਨ, ਗੁਰੂ ਕੇ ਸਿੱਖ ਬਣੇ ਹਨ। ਸੋ ਪੰਚੋ ਭਰਾਤਾ ਕਰ ਖਰੇ, ਕਹਿੰਦੇ ਇਹ 5 ਭਰਾ ਉਸ ਵੇਲੇ ਗੁਰੂ ਸਾਹਿਬ ਦੇ ਕੋਲ ਅੰਮ੍ਰਿਤ ਛਕਣ ਲਈ ਵਿਸਾਖੀ ਵਾਲੇ ਦਿਨ ਖੜੇ ਹੋਏ ਹਨ। ਸਿੰਘ ਨਾਮ ਤਿਨ ਕੇ ਗੁਰ ਧਰੇ, ਇਹਨਾਂ ਦੇ ਪਹਿਲਾ ਨਾਮ ਸੀ ਉਹਦੇ ਰਾਏ, ਬਚਿੱਤਰ ਰਾਏ, ਅਜਬ ਰਾਏ, ਅਨਕ ਰਾਏ, ਅਜੈਬ ਰਾਏ। ਮਹਾਰਾਜ ਨੇ ਇਹਨਾਂ ਦੇ ਨਾਮ ਕਰ ਦਿੱਤੇ ਉਦੇ ਸਿੰਘ, ਬਚਿੱਤਰ ਸਿੰਘ, ਅਜਬ ਸਿੰਘ, ਅਜੈਬ ਸਿੰਘ, ਇਸ ਤਰ੍ਹਾਂ ਨਾਮ ਸਿੰਘਾਂ ਵਾਲੇ ਰੱਖ ਦਿੱਤੇ। ਵੱਡੋ ਬਚਿੱਤਰ ਸਿੰਘ ਭੱਟ ਭਇਓ, ਇਹਨਾਂ ਵਿੱਚੋਂ ਵੱਡੇ ਦਾ ਨਾਮ ਸੀ ਬਚਿੱਤਰ ਸਿੰਘ। ਬੜਾ ਸੂਰਮਾ ਸੀ, ਜਿਹਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਰ ਕੇ 7 ਤਵੇ ਪਾੜ ਦਿੱਤੇ ਸਨ। ਉਹਦੇ ਸਿੰਘ ਦੂਸਰ ਬਿਦਤਿਓ, ਦੂਸਰਾ ਛੋਟਾ ਸੀ ਉਹਦੇ ਸਿੰਘ, ਜਿਹੜਾ ਸਾਰੀ ਫੌਜ ਦਾ ਕਮਾਂਡਰ ਸੀ। ਜਿੰਨੀ ਮਹਾਰਾਜ ਕਲਗੀਧਰ ਦੀ ਆਰਮੀ ਸੀ, ਫੌਜ ਸੀ, ਉਹਦਾ ਸਭ ਤੋਂ ਵੱਡਾ ਜਨਰਲ ਉਹਦੇ ਸਿੰਘ ਨੂੰ ਥਾਪਿਆ ਸੀ। ਤੇ ਮਹਾਰਾਜ ਨੇ ਇਹ ਵੀ ਬਚਨ 100 ਸਾਖੀ ਚ ਕਹੇ ਨੇ, ਜਦੋਂ ਸਮਾਂ ਆਵੇਗਾ ਖਾਲਸੇ ਦੇ ਰਾਜ ਦਾ, ਉਦੋਂ ਉਹਦੇ ਸਿੰਘ ਪ੍ਰਗਟ ਹੋਵੇਗਾ ਤੇ ਖਾਲਸਾ ਜੀ ਉਹਦੇ ਸਿੰਘ ਦੀ ਕਰਨੀ ਭਾਲ, ਉਹਦੇ ਸਿੰਘ ਕੋ ਰੱਖਣਾ ਨਾਲ। ਇਹ 100 ਸਾਖੀ ਦੇ ਬਚਨ ਨੇ ਵੀ ਖਾਲਸਾ ਜੀ ਉਹਦੇ ਸਿੰਘ ਨੂੰ ਲੱਭਿਆ ਜੇ, ਉਹਦੇ ਸਿੰਘ ਨੂੰ ਭੇਜਾਂਗੇ, ਉਹ ਪੰਥ ਦਾ ਬਾਦਸ਼ਾਹ ਬਣੇਗਾ। ਅਨਕ ਸਿੰਘ ਅਰ ਅਜਬ ਸਿੰਘ ਪੁੰਨ, ਤੀਜੇ ਦਾ ਨਾਮ ਸੀ ਅਨਕ ਸਿੰਘ ਤੇ ਚੌਥੇ ਦਾ ਨਾਮ ਸੀ ਅਜਬ ਸਿੰਘ। ਇਹ ਭਾਈ ਮਨੀ ਸਿੰਘ ਸ਼ਹੀਦ ਦੇ ਪੁੱਤਰ ਹਨ। ਹਾਂਜੀ। ਪੰਚਮ ਭਇਓ ਅਜਾਇਬ ਸਿੰਘ ਗੁਣ, ਪੰਜਵਾਂ ਅਜੈਬ ਸਿੰਘ ਬੜਾ ਸੂਰਮਾ ਹੈ। ਅੰਮ੍ਰਿਤ ਖੰਡੇ ਕੋ ਤਿਨ ਦੀਨਾ, ਇਹਨਾਂ 5 ਨੂੰ ਅੰਮ੍ਰਿਤ ਛਕਾਇਆ ਤੇ ਸਾਧ ਸੰਗਤ ਦੀ ਸਬਕ ਦੇਖੋ, 2 ਦਿਨਾਂ 'ਚ 5 ਸ਼ਹੀਦ ਹੋ ਗਏ। ਉਹਦੇ ਸਿੰਘ ਸ਼ਾਹੀ ਟਿੱਬੀ ਤੇ ਜਦੋਂ ਕਿਲਾ ਛੱਡ ਕੇ ਮਹਾਰਾਜ ਨਿਕਲੇ ਨੇ, 4.5 ਘੰਟੇ ਤੁਰਕਾਂ ਨਾਲ ਪਹਾੜੀਆਂ ਨਾਲ ਯੁੱਧ ਕਰਕੇ ਸ਼ਹੀਦ ਹੋਇਆ। ਸ਼ਾਹੀ ਟਿੱਬੀ ਦਾ ਨਿਸ਼ਾਨ ਸਭ ਚੂਗਾ।
ਬਚਿੱਤਰ ਸਿੰਘ ਨੂੰ ਮਲਕਪੁਰ ਰੰਗੜਾ ਗੋਲੀ ਲੱਗ ਗਈ ਤੇ ਭਾਰ ਸਾਹਿਬਜ਼ਾਦਾ ਅਜੀਤ ਸਿੰਘ ਚੁੱਕ ਕੇ ਭੱਠਾ ਸਾਹਿਬ ਲੈ ਆਏ। ਉੱਥੋਂ ਨਿਹੰਗ ਖਾਨ ਦੀ ਹਵੇਲੀ ਛੱਡ ਕੇ 10ਵੇਂ ਪਾਤਸ਼ਾਹ ਚਮਕੌਰ ਚਲੇ ਗਏ। 2 ਦਿਨ ਉੱਥੇ ਮੁਮਤਾਜ਼ ਬੀਬੀ ਨਿਹੰਗ ਖਾਨ ਦੀ ਬੇਟੀ ਸੇਵਾ ਕਰਦੀ ਰਹੀ ਤੇ ਜਦੋਂ ਪਠਾਨ ਆਏ ਨਾ ਤਲਾਸ਼ੀ ਲੈਣ ਵਾਸਤੇ ਰੋਪੜ ਦੇ ਤੇ ਨਿਹੰਗ ਖਾਨ ਨੇ ਆਖਿਆ कि इस कमरे च मेरी धी ते मेरा जवाई है। उस बीबी ने बीबी मुमताज ने उदों ही प्रगट कर लिया इस तो बाद मेरा पति यही है। साथ संगत जी भाई साहब का दूसरी रात शहीद हो गए, स्वास पूरे हो गए, पर बीबी की उम्र 130 साल के नेड़े हुई। चंडीगढ़ PGI हस्पताल तो उपर मुल्लापुर गरीबदास तो सड़क जाती है। उतों 20 मील के अंदर एक गुरुद्वारा बीबी मुमताज का तुसीं जाके दर्शन करो पहाड़ की चोटी ते, जिथे सारी उम्र उस मुसलमान बच्ची ने गुरबाणी का जाप करदियां नाम जपदियां जत सत च रह के भाई बचित्तर सिंह नूं अपना पति मान के जीवन बतीत कीता। सो वो बचित्तर सिंह ते उहदे सिंह शहीद होए। अजब सिंह, अजैब सिंह ते आनंद सिंह चमकौर दी गढ़ी साहिबजादियां दे नाल शहीदी पाई है। मन हो पंच पांडव बल पीना। मनी सिंह दे ए पंजे पुत्र पंजो पांडवां दी तरह सूरमे सन। रण मह करे कर्म जन भीखन। कहंदे जग विच वो काम करके विखा दित्ते जेड़ा कोई कर हाथियां दे मुकाबले इन्हां ने किहड़े सौखे। हाथी दा नाम सुन के दुनी चंद भज गया ते थापी दे के बाजां वाले ने बचित्तर सिंह तोड़ दिता। रिप मारे जन शस्त्रन तीखन। उहदे सिंह केसरी चंद दा सिर वड़ के लिया ते बड़े बड़े जंग उहदे सिंह ने फतेह कीते। इंते आदिक भय हजारे। इस तो बाद फिर हजारा ही खड़े हो गए। पहला 5 प्यारे, फिर 5 मुक्ते, फिर 11 सिंह, फिर मनी सिंह दा परिवार ते पिछों फिर हजारा ही खड़े होए अमृत छकण वास्ते। अमृत लेत रहत को धारे। अमृत प्राप्त करके गुरु कलगीधर दी रहत धारण कर रहे ने, सिक्खी धारण कर रहे ने। कौन कौन के गिनिए नाम। किन्हां दे नाम दसिए जी। वो कवि जी कहते हैं हजारा, इतिहासकार त्रिकोटा ने 20,000 ने इको दिन ही अमृत छक लिया। 20,000 फौज तैयार करती बाजा वाले तिनके देश नगर कै ग्राम। उन्हां सिंहां दे नाम, उन्हां सिंहां दे पिंड, उन्हां सिंहां दे इलाके बड़े सन दूर दूर, सारे दा वेरवा नहीं दसिया जा सकदा। ले पाहुल बड़ तेज तरंत। गुरु दी पौल खड़े दी ला के बड़े तेजधारी हो गए हन, सूरमे बन गए हन। वीर मीर को कछ न गिनंत। हुण किसे वीर पीर दी परवाह नहीं। हुण औरंगजेब नूं कुछ भी नहीं समझदे, कहंदे साडा पातशाह ते कलगीਆਂ वाला है, साडी राजधानी ते आनंदपुर है, साडा पीर भी गुरु गोबिंद सिंह है, साडा मीर भी गुरु गोबिंद सिंह है। और किसी वीर पीर की परवाह नहीं करते। सिर सिर बड़ी आप सरदार। सिर सिर दे उत्ते दवाले सड़ गए ने, ये सरदार हो गए ने, सिरा वाले हो गए ने। बंधन के अंग हथियार। और हथियार पहन ले। औरंगजेब कहता सी मेरे राज विच कोई घोड़े ते नहीं चढ़ सकता, कोई सिर ते पग नहीं बन सकता, कोई शिकार नहीं खेड सकता, कोई हथियार नहीं रख सकता, कोई नगारा नहीं ला सकता। सारियां ही पाबंदियां तोड़ दित्तियां। महाराज कहते मेरे सिंह बड़े बड़े दुमाले सजाणगे। ये बड़े बड़े दुमाले बाबा दीप सिंह दे सी ते 13 चक्कर झूलदे सी। वो क्यों? क्योंकि चैलेंज सीगा भी तू कहना पग नहीं बनन देनी, आवे कितनी बड़ी बड़ी शिकार खेडांगे, नगारे बजावांगे, त्यार पर त्यार रह के युद्ध करांगे, असीं किसे बादशाह नूं नहीं मनदे। ये चैलेंज कर दिता। रात दिवस संगर पहुंचा है। ये हुण सिंह सूरमे बन के दिन रात जोती चाहुंदे हैं, करें युद्ध की बात, बहुत युद्धियां गल्लां करते हन। मार बकारा करत महा है। मारा बकारा ही करदे रहंदे, हर वेले अकाल के जांदे हन। दोहराए जेतक हुदे हजूर में। जिन्ने महाराज दे सन्मुख हजूरी विच सन, सिर पर धर पर केस। सब ने केस रख लए। जिन्ने गुरु नूं मनण वाले सी सारियां ने गुरु दा वचन मान लिया, केसा धारी हो गए। पाहुल ले सिंह नाम धर। खड़े अमृत छक लिया ते सिंह नाम हो धारण कर लिया। पहर काछ शुभ भेस। कशहरा पहन लिया, दुमाले सजा ले, ककार धारण कर ले, शस्त्रां नाल सज गए, शस्त्र विद्या का अभ्यास करन लगे। क्यों? महाराज ने खालसा साधिया सी। उस खालसे का पावन पूरब, खालसे का सिरजना दिवस आपां मना रहे हैं। स्टॉकटन दे इस पावन स्थान ते जिथे गदरी बाबियां ने, इतिहासिक स्थान है साध संगत जी।
जिथे वखरा ही नज़ारा है, वखरा ही आनंद है। आसान सारे गुरु दे, पर जिथे बंदगी वालियां जपी तपी रूहां बैठियां होण, उन्हां दी वाइब्रेशन बड़े कमाल दी हुंदी है। इत्थे तुसीं गुरु दे प्यारिਆਂ ने 3 हफ्ते गुरु दा जस सरवण कीता है। दास को हाजरी भरदे हुए गुरु प्रताप सूरत की कथा करदे हुए कोई अक्कर वध घट निकलिया होवे माफ करना। कर दे दास दीवान तुहाडे नाल संगतां नाल साझा पा के कल नूं दिन दे दीवाना श्री सर्वलोक प्रकाश ग्रंथ विचों जिहड़ी बाजा वाले ने खालसे की महिमा लिखी है वही कथा संगतां नाल साझी करनी है ते फिर तुहाडे तों आग्या ले लैनी है। नगर कीर्तन भी सारे ने कर हाजरियां भरनियां ने। सो दास फिर खिमा दा जाचक है। महान विद्वान सिख पंथ दे सत्कारयोग भाई इंद्रजीत सिंह जी खालसा साडे सुभाईमान ने। हरमंदर साहब दे कीर्तनीय भलो भलोरे कीर्तनीया जिथे गुरु रामदास दियां मेहरां वस्तियां बख्शां वस्तियां ने। भाई साहब वैसे तो राजी सिंह सारे सत्कारयोग ने, पर भाई साहब नूं जदों दा दास मिलिया भी रागी सिंह राग विद्या तो इलावा जिहड़ी होर गुरमत दी विद्या है, होर भी ग्रंथां दी विद्या है, हर वेले पढ़दे रहिंदे है। अज पंथ नूं इहो जिहे विद्वानां दी लोड़ है। आपां सारे ही गुरु कलगीधर दे सिंह ना अपना इतिहास घट्टो घट पंथ प्रकाश की कथा ही पढ़ लो सुन लो तां भी सानूं बड़ा पता लग जांदा है। थोड़ा जिहा समां कढिया करिए, रोज 15 मिनट कढ लिया करो ना ते बड़ा खजाना। साईं बोले शाह 40 सालां दे हो गए पढ़े नहीं सी। एक दिन छत चौंदा सी थले कुजा रख दिता, टुक टुक करके तुरका तुरका कुजा भर गया। कहंदा जे मैं एक अखर रोज पढ़दा ते मेरा कुजा कितना भर जाना सी। तुसीं रोज थोड़ा थोड़ा गुरमत दे ग्रंथां नूं गुरबाणी नूं गुरु ग्रंथ साहिब नूं पढ़ना शुरू कर दिओ, बड़े खजाने भर जाणगे। सो दास खिमा दा जाचक है। सो इत्थे ही समाप्ति है। हे गोबिंद हे गोपाल हे दयाल लाल प्राणनाथ अनाथ सखे दीन दर्द निवार हे समराथ राम पूरण मोहे मया तार महाप्रयान नानक बारे उतार आए प्रभु शरणागति कृपा नित दयाल एक अखर हर मन बस नानक होत निहाल वाहिगुरु नाम जहाज है चढ़े उतरे पार जो श्रद्धा कर सेव दे